ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਵਿਦ ਆਰਡੀ ਸਰ। ਅੱਜ ਅਸੀਂ ਡਿਸਕਸ ਕਰਨ ਵਾਲੇ ਹਾਂ ਜੀ ਹਿਸਟਰੀ ਦਾ ਪਾਰਟ 2। ਏਸ਼ੀਅੰਟ ਹਿਸਟਰੀ ਚੱਲ ਰਹੀ ਸੀ। ਤੁਹਾਨੂੰ ਪਤਾ ਹੀ ਹਿਸਟਰੀ ਨੂੰ 3 ਭਾਗਾਂ 'ਚ ਡਿਵਾਈਡ ਕੀਤਾ ਜਾਂਦਾ ਹੈ। ਏਸ਼ੀਅੰਟ ਹਿਸਟਰੀ, ਉਸ ਤੋਂ ਬਾਅਦ ਮੈਡੀਵਲ ਤੇ ਉਸ ਤੋਂ ਬਾਅਦ ਮਾਡਰਨ। ਤੇ ਆਪਾਂ ਏਸ਼ੀਅੰਟ ਪ੍ਰਾਚੀਨ ਕਾਲ ਦੀ ਹਿਸਟਰੀ ਦੇ ਬਾਰੇ ਗੱਲ ਕਰ ਰਹੇ ਹਾਂ। ਤਾਂ ਹੁਣ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਸਟੂडेंट ਇਹਦੇ ਵਿੱਚ ਆਪਾਂ ਡਿਸਕਸ ਕਰਨ ਵਾਲੇ ਹਾਂ ਜਿਹੜਾ ਮੈਂ ਤੁਹਾਨੂੰ ਪਾर्ट 1 ਸਮਝਾਇਆ ਸੀਗਾ। ਉਹਦੇ ਵਿੱਚ ਮੈਂ ਦੱਸਿਆ ਇਸ ਪਾर्ट 1 ਦੇ ਵਿੱਚ ਮੈਂ ਤੁਹਾਨੂੰ ਵੇਦ ਦੇ ਬਾਰੇ ਦੱਸ ਚੁੱਕਿਆ। ਵੇਦ ਆਪਣੇ 4 ਹੁੰਦੇ ਨੇ, ਉਹਨਾਂ ਦੇ ਬਾਰੇ ਮੈਂ ਦੱਸ ਚੁੱਕਿਆ। ਉਹਦੇ ਬਾਰੇ ਉਹਨਾਂ ਦੇ ਕਿਹਨਾਂ ਨੇ ਉਹਨੂੰ ਲਿਖਿਆ ਸੀਗਾ, ਕਿਹੜੇ ਸੀਗੇ, ਉਹਨਾਂ ਦੇ ਵਿੱਚ ਕਿਵੇਂ ਉਹਨੂੰ ਡਿਫਾਈਨ ਕੀਤਾ ਸੀਗਾ, ਸਾਰਾ ਮੈਂ ਉਹਦੇ ਵਿੱਚ ਡਿਫਾਈਨ ਕਰ ਚੁੱਕਿਆ। ਤੇ ਹੁਣ ਆਪਾਂ ਦੇਖਦੇ ਹਾਂ ਜੀ ਜਿਹੜੇ ਵੇਦ ਹੈਗੇ ਨੇ ਉਹਨਾਂ ਨੂੰ ਪੜ੍ਹਨ ਵਾਸਤੇ ਸਭ ਤੋਂ ਜਿਹੜਾ ਪ੍ਰਾਚੀਨ ਵੇਦ ਸੀਗਾ ਆਪਣਾ ਰਿਗਵੇਦ ਸੀਗਾ, ਤੇ ਜਿਹੜਾ ਪਹਿਲੇ ਨੰਬਰ ਤੇ ਲਿਖਿਆ ਗਿਆ ਸੀਗਾ। ਉਸ ਤੋਂ ਬਾਅਦ ਜਿਹੜਾ ਲਾਸਟ ਨੰਬਰ ਤੇ ਜਿਹੜਾ ਅੱਧਾ ਅਧੂਰਾ वेद है ਉਹਨੂੰ ਆਪਾਂ अथर्ववेद बोलते हैं। ठीक है जी। अच्छा, ਹੁਣ वेदां को भली भांति समझने के लिए ਹੁਣ ਜਿਹੜੇ वेद ਸੀਗੇ ਇਹਨਾਂ ਨੂੰ ਭਲੀ ਭਾਂਤੀ ਸਮਝਣ ਵਾਸਤੇ ਆਪਾਂ ਕੀ ਕਰਦੇ ਹਾਂ ਜੀ 6 वेदांगां ਦੀ ਰਚਨਾ ਕੀਤੀ ਹੈ। ਦੇਖੋ ਜਿਵੇਂ ਕਿਸੇ ਵੀ ਲੈਂਗੁਏਜ ਨੂੰ ਸਮਝਣਾ ਉਹਨੂੰ ਆਪਾਂ ਕੀ ਕਰਦੇ ਹਾਂ ਈਜ਼ੀ ਲੈਂਗੁਏਜ ਦੇ ਵਿੱਚ ਉਹਦੀ ਵਿਆਕਰਣ ਬਣਾਤੀ, ਉਹਨੂੰ ਕਈ ਉਹਦੇ ਆਪਣੇ ਜਿਹੜੇ वर्ड बनाए गए ने। ਤਾਂ ਕਰਕੇ वेदां ਨੂੰ ਵੀ ਸਮਝਣ ਵਾਸਤੇ ਆਪਾਂ ਨੂੰ ਈਜ਼ੀ ਲੈਂਗੁਏਜ ਵਿੱਚ ਲਿਖਣ ਵਾਸਤੇ ਇਹਨਾਂ ਨੂੰ शिक्षा, ज्योतिषी, कल्प, व्याकरण, निरुक्त, छंद ये सारे किसी ਇਹਨਾਂ ਨੂੰ डिवाइड किया गया ताकि वेद ਨੂੰ ਸਮਝਿਆ ਜਾ ਸਕੇ, ਉਹਨੂੰ ਲਿਖਿਆ ਜਾ ਸਕੇ, ਅੱਗੇ डिफाइन किया जा सके ईजी लैंगुएज ਦੇ ਵਿੱਚ। ठीक है जी। ਉਸ ਤੋਂ ਬਾਅਦ ਆਪਣੇ ਜਿਹੜੇ ਇਤਿਹਾਸ ਦੇ ਵਿੱਚ ਜੇ ਆਪਾਂ ਕੀ ਹੈ ਨਾ ਸਿਸਟਮੈਟਿਕਲੀ ਜੇ ਗ੍ਰੰਥ ਆਪਾਂ ਨੇ ਹਿਸਟਰੀ ਦੇ ਵਿੱਚ ਜੇ ਹਿਸਟਰੀ ਲਿਖੀ ਆਪਣੇ ਗ੍ਰੰਥਾਂ ਦੇ ਵਿੱਚ ਤਾਂ ਉਹ ਲਿਖੀ ਗਈ ਹੈ ਜੀ ਪੁਰਾਣਾਂ ਦੇ ਵਿੱਚ। ਉਹ ਅਦਰਵਾਈਜ਼ ਹਿਸਟਰੀ ਕੋਈ ਕਿਸੇ ਨੇ ਕਿਉਂਕਿ ਹੋਈ 400 ਸਾਲ ਪਹਿਲਾਂ ਤੇ 400 ਸਾਲ ਬਾਅਦ ਲਿਖੀ ਗਈ। ਤੇ ਜਿਹੜੇ ਪੁਰਾਣ ਹੈ ਜੇ ਸੀਗੇ ਕਿ ਜਿਵੇਂ ਜਿਵੇਂ ਡਾਇਨੈਸਟੀਆਂ ਚੱਲਦੀ ਗਈਆਂ, ਜਿਵੇਂ ਜਿਵੇਂ ਵੰਸ਼ ਚੱਲਦੇ ਗਏ ਉਹਦੇ ਅਕੋਰਡਿੰਗ ਸਾਰੀਆਂ ਘਟਨਾਵਾਂ ਇੱਕ ਪੁਰਾਣ ਦੇ ਵਿੱਚ ਦੂਜੇ ਪੁਰਾਣ ਦੇ ਵਿੱਚ ਜਿਵੇਂ ਜਿਵੇਂ ਕੋਈ ਵੰਸ਼ ਚੱਲਦਾ ਗਿਆ ਉਵੇਂ ਉਵੇਂ ਆਪਾਂ ਕੀ ਕਰਦੇ ਗਏ ਜੀ ਆਪਣੇ ਜਿਹੜੇ ਪੁਰਾਣ ਲਿਖੇ ਗਏ ਨੇ। ਤੇ ਆਪਣੇ ਟੋਟਲ ਜਿਹੜੇ ਪੁਰਾਣ ਹੈਗੇ ਨੇ ਉਹ 18 ਨੇ। ਇਹ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ, ਟੋਟਲ ਇਹ ਯਾਦ ਰੱਖਣਾ ਹੈ। ਤੇ ਇਸ ਨੂੰ ਲਿਖਿਆ ਸੀ ਲੋਮਹਰਸ਼ ਨੇ। ਅੱਛਾ, ਇਹ ਕਿਹਦਾ ਬੇਟਾ ਸੀਗਾ? ਇਹ ਸੀਗਾ ਜੀ ਉਗਰ ਸ਼ਰਵਾ ਜਿਹੜੇ ਰਿਸ਼ੀ ਸੀਗੇ ਉਹਨਾਂ ਦਾ ਬੇਟਾ ਸੀਗਾ। ਅੱਛਾ, ਹੁਣ ਆਪਣੇ ਟੋਟਲ 5 ਜਿਹੜੇ ਪੁਰਾਣ ਨੇ ਜਿਹੜੇ ਇੰਪੋਰਟੈਂਟ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਇੰਡੀਆ ਦੇ ਵਿੱਚ ਜਿਹੜੀ ਹਿਸਟਰੀ ਪੜ੍ਹਦੇ ਹਾਂ, ਇੰਡੀਆ ਦਾ ਪ੍ਰਾਚੀਨ ਕਾਲ ਪੜ੍ਹਾਂਗੇ ਤਾਂ ਉਹਦੇ ਵਿੱਚ ਜਿਹੜੇ ਮੌਰਿਆ ਵੰਸ਼ ਹੈ ਜਾਂ ਸ਼ੁੰਗ ਵੰਸ਼ ਹੈ, ਸਾਤਵਾਹਨਾ ਵੰਸ਼ ਹੈ, ਇਹਨਾਂ ਸਾਰਿਆਂ ਦੇ ਬਾਰੇ ਸਾਨੂੰ ਜ਼ਿਕਰ ਮਿਲਦਾ ਹੈ। ਰਾਜਿਆਂ ਦੀ ਜਿਹੜੀ ਵੰਸ਼ਾਵਲੀ ਦੇ ਬਾਰੇ ਸਾਨੂੰ ਜ਼ਿਕਰ ਮਿਲਦਾ ਹੈ। ਉਹ ਇਹ 5 ਨੇ ਜਿਹੜੇ ਮਤਸਿਆ ਵਾਲਾ, ਇੱਕ ਤੇ ਵਾਯੂ ਪੁਰਾਣ ਹੈ, ਵਿਸ਼ਨੂੰ ਪੁਰਾਣ ਹੈ, ब्राह्मण ग्रंथ है, भागवत है। ठीक है जी। ਹੁਣ ਆਪਾਂ ਨੂੰ ਇਹਨੇ ਦੀ 3 ਪੜ੍ਹਨੇ ਜ਼ਰੂਰੀ ਨੇ ਜਿਹੜੇ ਇੰਪੋਰਟੈਂਟ ਨੇ, ਹਰ ਵਾਰ ਯਾਦ ਹੋਣੇ ਚਾਹੀਦੇ ਨੇ। ਵਿਸ਼ਨੂੰ ਪੁਰਾਣ ਸੀਗਾ ਸਾਨੂੰ ਮੌਰਿਆ ਵੰਸ਼ ਦੇ ਬਿਹਤਰੀਨ ਰਾਜੇ ਜਿਹੜੇ ਸਾਨੂੰ ਮਿਲੇ ਨੇ ਤੇ ਚੰਦਰਗੁਪਤ ਮੌਰਿਆ ਜਾਂ ਅਸ਼ੋਕਾ ਉਹਦੇ ਬਾਰੇ ਪਤਾ ਲੱਗਿਆ। ਮਤਸਿਆ ਪੁਰਾਣ ਦੇ ਵਿੱਚ ਸਾਨੂੰ ਸਾਤਵਾਹਨਾ ਜਦੋਂ ਨਾਰਥ ਤੇ ਸਾਊਥ ਦੇ ਜਿਹੜੇ ਮੱਧ ਪ੍ਰਦੇਸ਼ ਦੇ ਵਿੱਚ ਰਾਜ ਕਰਨ ਵਾਲੇ ਜਿਹੜੇ ਗੌਤਮੀ ਪੁੱਤਰ ਸੀਗੇ ਸਾਰੇ ਸਾਤਵਾਹਨਾ ਵੰਸ਼ ਦੇ ਬਾਰੇ ਜ਼ਿਕਰ ਮਿਲਦਾ ਇਹਦੇ ਵਿੱਚ। ਤੇ ਵਾਯੂ ਪੁਰਾਣ ਦੇ ਵਿੱਚ ਸਾਨੂੰ ਗੁਪਤਾ ਜਿਹੜਾ ਪਤਾ ਜੀ ਇੰਡੀਆ ਦੇ ਗੋਲਡਨ ਸੁਨਹਿਰੀ ਜਿਹੜਾ ਕਾਲ ਸੀਗਾ ਇੰਡੀਆ ਦਾ ਉਹ ਸੀਗਾ ਗੁਪਤਾ, ਕਿਉਂਕਿ ਇਹਨਾਂ ਨੇ ਮੰਦਰਾਂ ਦੀ ਸ਼ੁਰੂਆਤ ਕੀਤੀ ਸੀ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਰਿਹਾ ਹੋਵੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਹਾਂਜੀ ਸਟੂਡੈਂਟ ਅੱਗੇ ਗੱਲ ਕਰਦੇ ਹਾਂ ਆਪਾਂ। ਦੇਖੋ ਜੀ ਅਧਿਕਤਰ ਜਿਹੜੇ ਪੁਰਾਣ ਸੀਗੇ ਜਿਹੜੇ ਹੁਣ ਦੇਖੋ ਜੀ 18 ਪੁਰਾਣ ਤਾਂ ਲਿਖਤੇ ਪਰ ਇਹਨਾਂ 'ਚ ਸਭ ਤੋਂ ਓਲਡੈਸਟ ਤੇ ਪਹਿਲੇ ਨੰਬਰ ਤੇ ਕਿਹੜਾ ਜੀ ਉਹ ਮਤਸਿਆ ਪੁਰਾਣ ਹੈ। ਠੀਕ ਹੈ ਜੀ, ਇਹ ਸਭ ਤੋਂ ਪੁਰਾਣਾ ਪ੍ਰਾਚੀਨ ਤੇ ਪ੍ਰਾਮਾਣਿਕ ਹੈਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਅਧਿਕਤਰ ਪੁਰਾਣ ਸਰਲ ਰੂਪ ਦੇ ਵਿੱਚ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਸੀ, ਬਿਲਕੁਲ ਈਜ਼ੀ ਲੈਂਗੁਏਜ ਦੇ ਵਿੱਚ। ਕਹਿੰਦੇ ਨਾ ਵੀ ਜਿਵੇਂ ਮੈਂ ਹੁਣ ਇਹ ਲੂਸੈਂਟ ਬੁੱਕ ਹੈ ਬਹੁਤ ਹਾਰਡ ਹੈਗੀ, ਇਹਨੂੰ ਵੈਸੇ ਡਾਟਾ ਵੇਖਣ ਨੂੰ ਛੋਟੀ ਜਿਹੀ ਬੁੱਕ ਲੱਗਦੀ ਹੈ ਪਰ ਇਹਨੂੰ ਪੜ੍ਹੋਗੇ ਤਾਂ ਬਹੁਤ ਜ਼ਿਆਦਾ ਕੰਪਲੈਕਸ ਹੈਗੀ ਹੈ। ਤਾਂ ਮੈਂ ਹੁਣ ਇਹਨੂੰ ਸਮਰੀ ਬਣਾ ਕੇ ਦੇਣਾ ਹੈ। ਇਸੇ ਤਰ੍ਹਾਂ ਹੀ ਵੇਦ ਸੀਗੇ ਇਹਨਾਂ ਨੂੰ ਈਜ਼ੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀ ਪੁਰਾਣਾਂ ਦੇ ਵਿੱਚ। ਤਾਂ ਇਸਤਰੀਆਂ ਤੇ ਸ਼ੂਦਰ ਜਿਹੜੇ ਲੋਕ ਹੈਗੇ ਸੀ ਉਹ ਪੁਰਾਣੇ ਟਾਈਮ ਦੇ ਵਿੱਚ ਇਹ ਪੁਰਾਣਾਂ ਨੂੰ ਸੁਣ ਸਕਦੇ ਕਿਉਂਕਿ ਉਹਨਾਂ ਨੂੰ ਵੇਦ ਪੜ੍ਹਨ ਦਾ ਤਾਂ ਅਧਿਕਾਰ ਹੀ ਨਹੀਂ ਸੀਗਾ। ਤੇ ਇਹ ਪੁਰਾਣਾਂ ਨੂੰ ਸੁਣ ਸਕਦੇ ਸੀ ਮੰਦਰਾਂ ਦੇ ਵਿੱਚ ਜਾ ਕੇ ਬੈਠ ਕੇ। ਉੱਥੇ ਮੰਦਰਾਂ 'ਤੇ ਐਂਟਰੀ ਨਹੀਂ ਸੀਗੀ ਪਰ ਬਾਹਰ ਖੜ੍ਹ ਕੇ ਪੁਜਾਰੀਆਂ ਦੇ ਦੁਆਰਾ ਪੁਰਾਣ ਨੂੰ ਬੋਲਿਆ ਜਾਂਦਾ ਸੀ। ਤਾਂ ਉਹਦੇ ਵਿੱਚ ਸਾਨੂੰ ਇਹ ਦੇਖ ਸਕਦੇ ਸੀਗੇ, ਸੁਣ ਸਕਦੇ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਮ੍ਰਿਤੀ ਗ੍ਰੰਥਾਂ ਦੀ। ਸਮ੍ਰਿਤੀ ਗ੍ਰੰਥਾਂ ਕਿਹੜੇ ਨੇ? ਸਭ ਤੋਂ ਪ੍ਰਾਚੀਨ ਦੇਖੋ ਜੀ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਕਾਨੂੰਨ ਚੱਲਦਾ ਸੀਗਾ। ਕਾਨੂੰਨ ਕਿੱਦਾਂ ਚੱਲਦਾ ਸੀਗਾ ਇਹਨਾਂ ਵਾਸਤੇ? ਜਿਵੇਂ ਇੰਡੀਆ ਦੇ ਵਿੱਚ ਅੱਜ ਕੌਨਸਟੀਟਿਊਸ਼ਨ ਹੈ ਕਾਨੂੰਨ ਨੂੰ ਚਲਾਉਣ ਵਾਸਤੇ, ਪੂਰਾ ਐਗਜ਼ੀਕਿਊਟਿਵ ਜੁਡੀਸ਼ਰੀ ਇਹ ਸਾਰਾ ਕੁਝ ਹੈਗਾ। ਇਸੇ ਤਰ੍ਹਾਂ ਹੀ ਪੁਰਾਣੇ ਟਾਈਮ ਦੇ ਵਿੱਚ ਕਾਨੂੰਨ ਚਲਾਉਣ ਵਾਸਤੇ ਸਾਡੇ ਕੋਲ ਹੁੰਦਾ ਸੀਗਾ ਸਮ੍ਰਿਤੀ ਗ੍ਰੰਥ। ਇਹ ਸਮ੍ਰਿਤੀ ਗ੍ਰੰਥ ਦੇ ਵਿੱਚ ਸਭ ਤੋਂ ਪੁਰਾਣੀ ਜਿਹੜੀ ਸਮ੍ਰਿਤੀ ਹੈ ਉਹ ਹੈ ਜੀ ਮਨੂ ਸਮ੍ਰਿਤੀ, ਜਿਹੜੀ ਕਹਿੰਦੇ ਜੀ ਮਨੂ ਦੇ ਦੁਆਰਾ ਲਿਖੀ ਗਈ ਸੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇ। ਹਾਂਜੀ ਸਟੂਡੈਂਟ ਹੁਣ ਆਪਾਂ ਦੇਖਦੇ ਹਾਂ ਜੀ ਜਿਹੜੇ ਪ੍ਰਾਚੀਨ ਗ੍ਰੰਥਾਂ ਦੀ ਜਿਹੜੀ ਮਨੂ ਸਮ੍ਰਿਤੀ ਹੈ ਨਾ ਉਹਦੇ ਬਾਰੇ ਸਾਨੂੰ ਪਤਾ ਲੱਗਦੀ ਕਿਉਂਕਿ ਬ੍ਰਾਹਮਣ ਕਾਲ ਇੱਕ ਸਟਾਰਟ ਹੋਇਆ ਸੀ। ਬ੍ਰਾਹਮਣ ਜਿਹੜੇ ਵੰਸ਼ ਸਟਾਰਟ ਕੀਤਾ ਸੀ ਸ਼ੁੰਗ ਵੰਸ਼। ਪੁਸ਼ਯ ਮਿੱਤਰ ਸ਼ੁੰਗ ਸੀਗਾ ਜਿਹਨੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ ਸੀ ਮੌਰਿਆ ਵੰਸ਼ ਨੂੰ ਮਾਰ ਕੇ। ਠੀਕ ਹੈ ਜੀ। ਉਸ ਤੋਂ ਬਾਅਦ ਨਾਰਦ ਸਮ੍ਰਿਤੀ ਹੈ ਉਹਦੇ ਬਾਰੇ ਸਾਨੂੰ ਗੁਪਤਾਸ ਦੇ ਬਾਰੇ ਪਤਾ ਲੱਗਦਾ ਹੈ। ਇਹ ਸਾਰੀ ਜਾਣਕਾਰੀ ਮਨੂ ਸਮ੍ਰਿਤੀ ਦੀਆਂ 2 ਇੰਪੋਰਟੈਂਟ ਸਮ੍ਰਿਤੀਆਂ ਯਾਦ ਰੱਖਣੀਆਂ ਨੇ।
ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਮਹਾਤਮਾ ਬੁੱਧ ਦੇ ਬਾਰੇ। ਜਿਹੜੇ ਤੁਹਾਨੂੰ ਪਤਾ ਹੀ ਮਹਾਤਮਾ ਬੁੱਧ ਸੀਗੇ, ਇਹਨਾਂ ਦੇ ਜੀਵਨ ਚਰਿੱਤਰ ਦੇ ਬਾਰੇ ਸਾਨੂੰ ਉਹਨਾਂ ਦੀ ਕਥਾਵਾਂ ਹੈਗੀਆਂ ਜਾਤਕ, ਠੀਕ ਹੈ ਜੀ। ਔਰ ਇਹਨਾਂ ਦੇ ਜੀਵਨ, ਇਹਨਾਂ ਦੇ ਉੱਪਰ ਘਟਨਾਵਾਂ, ਇਹਨਾਂ ਦੀ ਕਥਾਵਾਂ, ਇਹਨਾਂ ਦੇ ਪੂਰਨ ਜਨਮ ਦੇ ਬਾਰੇ ਸਾਰਾ ਜਿਹੜਾ ਜ਼ਿਕਰ ਹੈ ਇਹ ਸਾਨੂੰ ਕਥਾ ਵਸਤੂ ਨਾਮਕ ਦੀ ਇੱਕ ਗ੍ਰੰਥ ਹੈਗਾ। ਤੁਹਾਨੂੰ ਪਤਾ ਜੀ ਜਿਹੜਾ ਆਪਾਂ ਮਹਾਤਮਾ ਜਿਹੜਾ ਜੈਨਿਜ਼ਮ ਹੈ, ਬੁੱਧਿਜ਼ਮ ਹੈ, ਇਹਨੂੰ ਡਿਟੇਲ ਦੇ ਵਿੱਚ ਪੜਾਂਗੇ ਨੈਕਸਟ ਚੈਪਟਰਾਂ ਦੇ ਵਿੱਚ। ਬਟ ਹੁਣ ਇਸ ਲਈ ਇੱਕ ਵਾਰੀ ਇੰਨਾ ਦੇਖ ਲਓ ਕਿ ਬੁੱਧ ਧਰਮ ਅਖੀਰਲੇ ਟਾਈਮ ਦੇ ਵਿੱਚ ਮਹਾਤਮਾ ਬੁੱਧ ਦੀ ਡੈਥ ਤੋਂ ਬਾਅਦ ਮਹਾਯਾਨ ਤੇ ਹੀਨਯਾਨ ਸ਼ਾਖਾ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ। ਉਸ ਤੋਂ ਬਾਅਦ ਜਿਹੜੀ ਹੀਨਯਾਨ ਸ਼ਾਖਾ ਸੀਗੀ ਉਹਦੇ ਵਿੱਚ ਜਿਹੜਾ ਗ੍ਰੰਥ ਉਹਨਾਂ ਨੇ ਲਿਖਿਆ ਸੀ ਉਹ ਸੀਗਾ ਕਥਾ ਵਸਤੂ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਜੈਨ ਸਾਹਿਤਿਆ ਦੇ ਬਾਰੇ। ਜੈਨ ਸਾਹਿਤਿਆ ਨੂੰ ਬੋਲਿਆ ਜਾਂਦਾ ਆਗਮ। ਜਿਵੇਂ ਆਪਾਂ ਰਿਗਵੇਦ ਹਿੰਦੂ ਧਰਮ ਦਾ ਰਿਗਵੇਦ ਹੈ, ਉਸੇ ਤਰ੍ਹਾਂ ਜੈਨ ਧਰਮ ਦਾ ਹੈਗਾ ਸੀ, ਇਹ ਸੀ ਆਗਮ ਬੋਲਿਆ ਜਾਂਦਾ ਸੀ। ਜੈਨ ਧਰਮ ਦੇ ਵਿੱਚ 24 ਤੀਰਥੰਕਰ ਹੋਏ ਨੇ। 24 ਤੀਰਥੰਕਰਾਂ ਦੇ ਵਿੱਚ ਲਾਸਟ ਵਾਲਾ ਜਿਹੜੇ ਤੀਰਥੰਕਰ ਸਾਡੇ ਸੀਗੇ ਮਹਾਵੀਰ ਸਵਾਮੀ ਜੀ, ਉਹਨਾਂ ਦੇ ਬਾਰੇ ਜਿਹੜਾ ਜ਼ਿਕਰ ਹੈ ਸਾਨੂੰ ਇਹ ਭਗਵਤੀ ਸੂਤਰ ਦੇ ਵਿੱਚ ਜਾਣਕਾਰੀ ਮਿਲਦੀ ਹੈ ਉਹਨਾਂ ਦੇ ਬਾਰੇ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਕਲਾਵਾਂ, ਉਸ ਤੋਂ ਬਾਅਦ ਜੈਨ ਧਰਮ ਦੇ ਵਿੱਚ ਜਿਹੜੇ ਪ੍ਰਾਰੰਭਿਕ ਸ਼ੁਰੂ ਦੇ ਵਿੱਚ ਜਿਹੜਾ ਗ੍ਰੰਥ ਲਿਖੇ ਗਏ ਜੈਨ ਧਰਮ ਦੇ ਬਾਰੇ ਸਾਨੂੰ ਪਤਾ ਲੱਗਿਆ ਉਹ ਸੀਗੇ ਕਲਪ ਸੂਤਰ। ਹੁਣ ਯਾਦ ਰੱਖਣਾ, ਇਹ ਬਹੁਤ ਇੰਪੋਰਟੈਂਟ ਲਾਈਨ ਹੈ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਅਰਥ ਸ਼ਾਸਤਰ ਦੀ ਗੱਲ ਕਰਦੇ ਹਾਂ। ਤੁਹਾਨੂੰ ਪਤਾ ਜੀ ਮੌਰਿਆ ਵੰਸ਼ ਸਭ ਤੋਂ ਇੰਡੀਆ ਦੇ ਵਿੱਚ ਪਹਿਲਾ ਵੰਸ਼ ਸੀਗਾ ਜਿਹੜਾ ਇੰਡੀਆ ਦਾ ਸੀਗਾ। ਉਹਦੇ ਵਿੱਚ ਫਿਰ ਬਹੁਤ ਬਿਹਤਰੀਨ ਰਾਜੇ ਪੈਦਾ ਹੋਏ ਨੇ, ਜਿਵੇਂ ਆਪਣੇ ਬਿੰਦੂਸਾਰ, ਉਸ ਤੋਂ ਬਾਅਦ ਉਹਦਾ ਮੁੰਡਾ ਚੰਦਰਗੁਪਤ, ਉਸ ਤੋਂ ਬਾਅਦ ਉਹਦਾ ਬੇਟਾ ਆਇਆ ਅਸ਼ੋਕਾ, ਉਸ ਤੋਂ ਬਾਅਦ ਰਾਹੁਲ। ਇਹ ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਦਾ ਚੰਦਰਗੁਪਤ ਮੌਰਿਆ ਦੇ ਉਹ ਸੀਗੇ ਕੌਟਿਲਿਆ, ਜਿਹਦਾ ਨਾਮ ਸੀਗਾ ਵਿਸ਼ਨੂਗੁਪਤ ਜਾਂ ਚਾਣਕਿਆ ਬੋਲਦੇ ਸੀ। ਉਹਨਾਂ ਨੇ ਆਪਣੀ ਬੁੱਕ ਲਿਖੀ ਸੀ ਅਰਥ ਸ਼ਾਸਤਰ। ਇਹਨਾਂ ਦੇ ਵਿੱਚ 15 ਪੇਜ, ਕਹਿੰਦੇ ਨਾ ਅਧਿਕਰਨ ਦਾ ਮਤਲਬ ਹੁੰਦਾ ਚੈਪਟਰ ਸੀਗੇ, ਤੇ 180 ਪੇਜਾਂ ਦੀ ਛੋਟੀ ਜਿਹੀ ਬੁੱਕ ਸੀਗੀ ਜਿਹਦੇ ਵਿੱਚ ਕੀ ਲਿਆ ਮੌਰਿਆ ਵੰਸ਼ ਦੀ ਸਾਰੀ ਜੀਵਨ ਕਾਲ ਦੇ ਬਾਰੇ ਲਿਖਿਆ ਹੋਇਆ ਕਿ ਉਹਨਾਂ ਦੀ ਵਿਵਸਥਾ ਕਿਹਦੀ ਸੀ, ਇਕਨੋਮਿਕਲੀ, ਪੋਲੀਟੀਕਲੀ, ਸੋਸ਼ਕਲੀ, ਇਹ ਸਾਰੇ ਇਹਨਾਂ ਦੇ ਬਾਰੇ ਜ਼ਿਕਰ ਮਿਲਦਾ ਹੈ ਇਹਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਸੰਸਕ੍ਰਿਤੀ, ਜਿਹੜੀ ਸੰਸਕ੍ਰਿਤੀ ਸਾਹਿਤ ਹੈ ਜਿਹੜਾ ਸਾਡਾ ਹੈ ਉਹਦੇ ਵਿੱਚ ਕੀ ਹੈ ਜੀ, ਇਹਨੂੰ ਸਭ ਜਿਹੜੇ ਸੰਸਕ੍ਰਿਤ ਜਿਹੜੀ ਲੈਂਗੁਏਜ ਦੇ ਵਿੱਚ ਸਭ ਤੋਂ ਪਹਿਲਾਂ ਸਿਸਟਮੈਟਿਕਲੀ ਵੇ ਦੇ ਨਾਲ ਕਿਹਨੇ ਲਿਖਿਆ ਸੀ, ਕਲਹਨ ਨੇ ਲਿਖਿਆ ਸੀਗਾ ਸਿਸਟਮੈਟਿਕਲੀ ਵੇ ਨਾਲ। ਤੇ ਉਸ ਤੋਂ ਬਾਅਦ ਇਹਦੀ ਬੁੱਕ ਲਿਖੀ ਸੀ ਇਹਨੇ ਰਾਜ ਤਰੰਗਨੀ। ਵੈਰੀ ਇੰਪੋਰਟੈਂਟ ਬੁੱਕ ਹੈ ਜੀ, ਬਹੁਤ ਇੰਪੋਰਟੈਂਟ ਬੁੱਕ ਹੈ। ਉਹ ਇਹਦੇ ਬਾਰੇ ਜੀ ਕਸ਼ਮੀਰ ਦੇ ਇਤਿਹਾਸ ਦੇ ਬਾਰੇ ਪਤਾ ਲੱਗਦਾ, ਸਾਨੂੰ ਯਾਦ ਰੱਖਿਆ ਜੀ। ਉਸ ਤੋਂ ਬਾਅਦ ਅਰਬਾਂ ਨੇ ਸਾਡੇ ਉੱਪਰ ਹਮਲਾ ਕੀਤਾ, ਤੁਹਾਨੂੰ ਪਤਾ ਹੋਏਗਾ, ਤੇ ਉਹਨੇ ਮੁਹੰਮਦ ਬਿਨ ਕਾਸਿਮ ਸੀਗਾ ਜਿਹੜੇ 712 ਈਸਵੀ ਦੇ ਵਿੱਚ ਸਾਡੇ ਤੇ ਹਮਲਾ ਕਰਦਾ ਹੈ। ਉਹਨੇ ਕੀ ਕੀਤਾ ਸੀ, ਜਿਸ ਰਾਜਾ ਜੈਚੰਦ ਦੀਆਂ 2 ਬੇਟੀਆਂ ਸੀ, ਰਾਜਾ ਜੈਚੰਦ ਨੂੰ ਮਾਰ ਕੇ ਉਹਦੀ 2 ਬੇਟੀਆਂ ਨੂੰ ਲੈ ਗਿਆ ਸੀ ਅਰਬ ਦੇ ਵਿੱਚ, ਤੇ ਉੱਥੇ ਜਾ ਕੇ ਉਹਨਾਂ ਨੇ ਬੁੱਕ ਲਿਖੀ ਸੀ। ਉਹਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਸੀ ਬੇਟੀਆਂ ਦੇ ਨਾਲ, ਤੇ ਉਹਨਾਂ ਦੇ ਬੇਟੀਆਂ ਦੇ ਆਧਾਰ ਤੇ ਉੱਪਰ ਇੱਕ ਬੁੱਕ ਲਿਖੀ ਗਈ ਸੀ ਚੰਚਨਾਮਾ, ਠੀਕ ਹੈ ਜੀ। ਇਹਦੇ ਲੇਖਕ ਸੀਗੇ ਅਲੀ ਅਹਿਮਦ, ਠੀਕ ਹੈ ਜੀ। ਉਸ ਤੋਂ ਬਾਅਦ ਅਸ਼ਟਾਧਿਆਈ ਕੀ ਸੀਗੀ ਜੀ, ਅਸ਼ਟ ਦਾ ਮਤਲਬ ਹੁੰਦਾ 8, ਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਭ ਤੋਂ ਪਹਿਲੀ ਬੁੱਕ ਹੈਗੀ ਵਿਆਕਰਨ ਦੀ ਸੰਸਕ੍ਰਿਤ ਭਾਸ਼ਾ ਨੂੰ ਸਮਝਣ ਵਾਸਤੇ, ਉਹ ਲਿਖੀ ਸੀ ਪਾਣਿਨੀ ਨੇ। ਪਾਣਿਨੀ ਕੌਣ ਸੀਗਾ? ਪਾਣਿਨੀ ਸੀਗਾ ਜੀ ਮੌਰਿਆ ਵੰਸ਼ ਦੇ ਵਿੱਚ ਤੇ ਮੌਰਿਆ ਯੁਗੀਨ ਰਾਜਨੀਤਿਕ ਗੁਰੂ ਸੀਗਾ। ਇਹਨੇ ਬਾਰੇ ਕੀ ਲਿਖਿਆ ਸੀਗਾ, ਅਸ਼ਟਾਧਿਆਈ ਬੁੱਕ ਲਿਖੀ ਸੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਤਿਆਇਨ ਨਾਮ ਦਾ ਇੱਕ ਰਿਸ਼ੀ ਹੋਇਆ ਸੀ, ਇਹਨੇ ਜੀ ਆਪਣੀ ਬੁੱਕ ਲਿਖੀ ਗਾਰਗੀ ਸਾਹਿਤਿਆ। ਇਹ ਸੀਗੀ ਜੋਸ਼ੀ ਗ੍ਰੰਥ ਸੀਗਾ ਇੱਕ। ਇਹਦੇ ਬਾਰੇ ਕੀ ਸੀਗਾ ਜੀ, ਯਵਨ ਜਿਹੜੇ ਤੁਹਾਨੂੰ ਪਤਾ ਹੈ ਜੀ, ਜਦੋਂ ਮੌਰਿਆ ਵੰਸ਼ ਤੇ ਗੁਪਤਾ ਸ਼ੁੰਗਾ ਇਹ ਖਤਮ ਹੋਣਗੇ ਤਾਂ ਉਸ ਤੋਂ ਪਹਿਲਾਂ ਕੀ ਹੋਇਆ ਸੀ, ਕਨਿਸ਼ਕ ਤੋਂ ਪਹਿਲਾਂ 5 ਯਵਨ ਰਾਜੇ ਆਏ ਸੀਗੇ। ਤੁਹਾਨੂੰ ਪਤਾ ਹੈ ਜੀ 5 ਜਾਤੀਆਂ ਛੋਟੀਆਂ ਆਈਆਂ ਸੀਗੀਆਂ, ਜੇ ਇੱਕ ਤੇ ਯੂਚੀ ਸੀਗੀ, ਸ਼ੱਕ ਸੀਗੇ, ਇਹਨਾਂ ਦੇ ਵਿੱਚੋਂ ਇਹਨਾਂ ਦੇ ਬਾਰੇ ਸਾਨੂੰ ਜ਼ਿਕਰ ਮਿਲਦਾ ਹੈ ਗਾਰਗੀ ਸਾਹਿਤਿਆ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਪੰਤਜਲੀ ਦੇ ਬਾਰੇ ਗੱਲ ਕਰਦੇ ਹਾਂ। ਤੁਹਾਨੂੰ ਪਤਾ ਪੁਸ਼ਯ ਮਿੱਤਰ ਸ਼ੁੰਗ ਸੀਗਾ ਜਿਹਨੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ ਸੀ, ਉਹਦਾ ਗੁਰੂ ਸੀਗਾ ਪੰਤਜਲੀ, ਜਿਹਨੇ ਉਹਦੇ ਬਾਰੇ ਸਾਰੇ ਸ਼ੁੰਗਾਂ ਦੀ ਜਾਣਕਾਰੀ ਦੇ ਬਾਰੇ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਜੀ। ਉਸ ਤੋਂ ਬਾਅਦ ਹੁਣ ਆਪਾਂ ਵਿਦੇਸ਼ੀ ਯਾਤਰੀਆਂ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਵਿਦੇਸ਼ੀ ਯਾਤਰੀਆਂ ਸਭ ਤੋਂ ਪਹਿਲਾਂ ਯੂਨਾਨੀ ਤੇ ਰੋਮਨ ਦੇ ਬਾਰੇ ਆਪਣਾ ਵਪਾਰ ਹੁੰਦਾ ਸੀ ਪੁਰਾਣੇ ਏਸ਼ੀਅਨ ਟਾਈਮ ਤੋਂ ਹੀ, ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਜਾਣਕਾਰੀ ਸਾਨੂੰ ਕੌਣ ਦਿੰਦਾ ਜੀ, ਟੈਸੀਅਸ ਕੀ ਸੀਗਾ ਜੀ, ਈਰਾਨ ਦਾ ਰਾਜਵੈਦ ਸੀਗਾ, ਇੰਡੀਆ ਦੇ ਵਿੱਚ ਆਇਆ। ਇੰਡੀਆ ਦੇ ਵਿੱਚ ਇਹਨੇ ਜੀ ਆਪਣੀ ਕਹਾਣੀਆਂ ਉਲਟ ਫੇਰ ਕਹਿੰਦੇ ਨਾ ਬਹੁਤ ਹੀ ਊਟ ਪਟਾਂਗ ਜੀ ਕਹਾਣੀਆਂ ਲਿਖੀਆਂ ਸੀ। ਟੈਸੀਅਸ ਨਾਮ ਦੇ ਇੱਕ ਜਿਹੜਾ ਆਪਣੇ ਰਾਜਦੂਤ ਸੀਗਾ, ਠੀਕ ਹੈ ਜੀ, ਇੰਡੀਆ ਦੇ ਵਿੱਚ ਆਇਆ ਸੀਗਾ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ ਹੈਰੋਡੋਟਸ ਇੰਡੀਆ ਦਾ ਜਿਹੜਾ ਇਹਨੂੰ ਇੰਡੀਆ ਦਾ ਨਹੀਂ ਪੂਰੇ ਇਤਿਹਾਸ ਦਾ ਇਹਨੂੰ ਫਾਦਰ ਬੋਲਿਆ ਜਾਂਦਾ ਹੈ। ਇਹਨੇ ਆਪਣੀ ਬੁੱਕ ਲਿਖੀ ਸੀ ਹਿਸਟੋਰੀਕਾ, ਜਿਹੜੀ ਕੀ ਸੀ ਈਸਾ ਮਸੀਹ ਦੇ ਜਨਮ ਤੋਂ 500 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਜਦੋਂ ਜੈਨਿਜ਼ਮ ਬੁੱਧਿਜ਼ਮ ਪੈਦਾ ਹੋਣਗੇ ਉਸੇ ਟਾਈਮ ਉਹਨਾਂ ਦੇ ਟਾਈਮ ਦੇ ਉੱਪਰ ਹੈਰੋਡੋਟਸ ਨੇ ਆਪਣੀ ਬੁੱਕ ਲਿਖੀ ਸੀ। ਤੇ ਇਹਦੇ ਵਿੱਚ ਇਹਨੇ ਫਾਰਸ ਤੇ ਇੰਡੀਆ, ਫਾਰਸ ਕੀ ਹੈ ਜੀ, ਜਿਹੜੇ ਅਰਬ ਦੇਸ਼ਾਂ ਦੇ ਨਾਲ ਜਿਹੜੀ ਕੰਟਰੀਆਂ ਪੈਂਦੀਆਂ, ਫਾਰਸ ਦੀ ਖਾੜੀ ਤੁਸੀਂ ਵੇਖੋਗੇ, ਇਹਨਾਂ ਦੇ ਨਾਲ ਵਪਾਰ ਦਾ ਵਰਣਨ ਇਹਨੇ ਆਪਣੀ ਬੁੱਕਾਂ ਦੇ ਵਿੱਚ ਲਿਖਿਆ ਹੈ। ਪਰ ਇਹਦੇ ਵਿੱਚ ਵੀ ਕੀ ਹੈ ਜੀ, ਇਹਨੇ ਵੀ ਉਲਟ ਪੁਲਟ ਸਾਰੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ। ਇਹ ਕੋਈ ਸਾਨੂੰ ਇੰਨਾ ਡਿਟੇਲ ਦੇ ਵਿੱਚ ਦੱਸਦਾ ਨਹੀਂ, ਪਰ ਇਹਨੇ ਲਿਖਣਾ ਸਟਾਰਟ ਕੀਤਾ ਸੀ, ਇਹ ਇਤਿਹਾਸ ਦਾ ਪਿਤਾ ਬੋਲਿਆ ਜਾਂਦਾ, ਠੀਕ ਹੈ ਜੀ।
ਉਸ ਤੋਂ ਬਾਅਦ ਇੰਡੀਆ ਦੇ ਉੱਪਰ ਤੁਹਾਨੂੰ ਪਤਾ ਹੈ ਜੀ ਸਿਕੰਦਰ ਮਹਾਨ ਨੇ ਵੀ ਹਮਲਾ ਕੀਤਾ ਸੀਗਾ। ਉਹਦੇ ਨਾਲ 2 ਸੈਨਾਪਤੀ ਚੱਲੇ ਸੀਗੇ, ਇੱਕ ਦਾ ਨਾਮ ਸੀਗਾ ਨਿਆਰਕਸ, ਇੱਕ ਦਾ ਨਾਮ ਸੀਗਾ ਆਨਿਸਕ੍ਰੇਟਿਸ ਤੇ ਇੱਕ ਦਾ ਨਾਮ ਸੀਗਾ ਆਸਟਿਓਬੁਲਸ। ਇਹ ਸਾਰੇ ਕੀ ਸੀਗੇ, ਇਹਦੇ ਨਾਲ ਆਏ ਸੀਗੇ। ਇਹਨਾਂ ਨੇ ਆਪਣੀ ਬੁੱਕਾਂ ਲਿਖੀਆਂ ਸੀਗੀਆਂ। ਇਹਨਾਂ ਤੋਂ ਕਾਫੀ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਉਸ ਤੋਂ ਬਾਅਦ ਇਹਨਾਂ ਦਾ ਤੁਸੀਂ ਇੱਕ ਵੇਖਿਆ ਹੋਏਗਾ, ਕਿਉਂਕਿ ਇਹਦਾ ਇੱਕ ਸੈਨਿਕ ਸੀਗਾ ਜਿਹੜਾ ਮੇਨ, ਉਹ ਸੀਗਾ ਸੈਲਿਊਕਸ ਨਿਕੇਟਰ। ਜਦੋਂ ਇੰਡੀਆ ਤੋਂ ਇਹਨੇ ਪੋਰਸ ਨੂੰ ਹਰਾ ਕੇ ਇੰਡੀਆ ਨੂੰ ਜਿੱਤ ਲਿਆ ਸੀਗਾ, ਉਸ ਟਾਈਮ ਦੇ ਉੱਪਰ ਇਹਨੇ ਕੀ ਕੀਤਾ ਸੀ, ਚੰਦਰਗੁਪਤ ਮੌਰਿਆ ਦੇ ਰਾਜ ਦਰਬਾਰ ਦੇ ਵਿੱਚ, ਕਿਉਂਕਿ ਚੰਦਰਗੁਪਤ ਮੌਰਿਆ ਨੇ ਸੈਲਿਊਕਸ ਨਿਕੇਟਰ ਨੂੰ ਹਰਾਤਾ ਸੀਗਾ ਤੇ ਉਹਦੀ ਸੈਲਿਊਕਸ ਨਿਕੇਟਰ ਦੀ ਬੇਟੀ ਦੇ ਚੰਦਰਗੁਪਤ ਦੇ ਨਾਲ ਵਿਆਹ ਹੋ ਜਾਂਦਾ। ਤਾਂ ਉਹਨੂੰ ਸੰਭਾਲਣ ਵਾਸਤੇ ਇਹਨਾਂ ਦੀ ਕਹਿੰਦੇ ਨਾ ਆਪਣੇ ਪੇਕੇ ਇੱਕ ਮੈਕਸਥਨੀਸ ਨੂੰ ਭੇਜਿਆ ਜਾਂਦਾ, ਜਿਹੜਾ ਕੀ ਸੀਗਾ ਰਾਜਦੂਤ ਬਣ ਕੇ ਗਿਆ ਸੀਗਾ। ਤੇ ਉਹਨੇ ਲੈਂਗੁਏਜ ਤਾਂ ਕਿ ਇਹਨਾਂ ਦਾ ਆਪਸ ਦੇ ਵਿੱਚ ਇੰਡੀਆ ਤੇ ਜਿਹੜੇ ਸਿਕੰਦਰ ਦੇ ਜਿਹੜਾ ਯੂਨਾਨੀ ਹੈਗੇ ਨੇ ਆਪਸ ਦੇ ਵਿੱਚ ਇੰਟਰਲਿੰਕ ਹੋ ਸਕਣ ਇੱਕ ਦੂਜੇ ਨਾਲ। ਤੇ ਇਹਨੇ ਆਪਣੀ ਬੁੱਕ ਲਿਖੀ ਸੀ ਜੀ ਇੰਡਿਕਾ ਬੁੱਕ ਦੇ ਵਿੱਚ ਦੱਸਿਆ ਗਿਆ ਮੌਰਿਆ ਸਾਮਰਾਜ ਦੇ ਬਾਰੇ, ਉਹਨਾਂ ਦੀ ਸੰਸਕ੍ਰਿਤੀ ਦੇ ਬਾਰੇ ਦੱਸਿਆ ਜੀ ਇੰਡਿਕਾ ਤੇ ਵਿੱਚ, ਠੀਕ ਹੈ ਜੀ। ਮੈਕਸਥਨੀਸ ਉਹਦਾ ਸੀਗਾ ਮੇਨ ਰਾਈਟਰ। ਉਸ ਤੋਂ ਬਾਅਦ ਆਪਾਂ ਡਾਈਮਿਕਸ ਲਿਖਦੇ ਹਾਂ। ਦੇਖੋ ਜੀ ਇਹ ਤਾਂ ਚੰਦਰਗੁਪਤ ਦੇ ਦਰਬਾਰ ਦੇ ਵਿੱਚ ਸੀਗਾ, ਤਾਂ ਉਸ ਟਾਈਮ ਦੇ ਰਾਜਾ ਸੀਗਾ ਚੰਦਰਗੁਪਤ ਮੌਰਿਆ ਤੇ ਮੈਕਸਥਨੀਸ, ਠੀਕ ਹੈ, ਉਹਦਾ ਰਾਜ ਦਰਬਾਰ ਸੀਗਾ। ਹੁਣ ਉਸ ਤੋਂ ਬਾਅਦ ਉਹ ਕੀ ਹੁੰਦਾ ਜੀ, ਜਿਵੇਂ ਉਹਦਾ ਬੇਟਾ ਆਉਂਦਾ ਬਿੰਦੂਸਾਰ ਇੱਕ ਦੇਸੀ ਰਾਜਾ ਸੀਗਾ ਆਪਣੀ ਚੰਦਰਗੁਪਤ ਮੌਰਿਆ ਦਾ, ਤੇ ਉਹਦੇ ਮੈਕਸਥਨੀਸ ਦੀ ਥਾਂ ਕੌਣ ਲੈ ਲੈਂਦਾ ਫਿਰ, ਡਾਈਮਿਕਸ ਕੀ ਸੀਗਾ ਜੀ, ਸੀਰੀਆ ਦਾ ਨਰੇਸ਼ ਸੀਗਾ ਜਿਹੜਾ ਅੰਤੀਓਕਸ ਨਾਮਕ ਦਾ ਉਹਦਾ ਕੀ ਸੀਗਾ ਰਾਜਦੂਤ ਸੀਗਾ। ਇਹ ਬਿੰਦੂਸਾਰ ਦੇ ਰਾਜ ਦਰਬਾਰ ਦੇ ਵਿੱਚ ਆਇਆ ਸੀ। ਇਹਨੇ ਵੀ ਮੌਰਿਆ ਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਹੈ। ਉਸ ਤੋਂ ਬਾਅਦ ਲਿਖਿਆ ਸੀਗਾ ਡਾਇਓਨੋਸੀਅਸ, ਇਹ ਸੀਗਾ ਜੀ ਮਿਸਰ ਇੱਕ ਜਿਹੜਾ ਦੇਸ਼ ਹੈ, ਉਹ ਤੋਂ ਟਾਲਮੀ ਨਾਮ ਦਾ ਇੱਕ ਨਰੇਸ਼ ਸੀਗਾ, ਉਹਦੇ ਤੋਂ ਉਹ ਅਸ਼ੋਕ ਦੇ ਰਾਜ ਦਰਬਾਰ ਦੇ ਵਿੱਚ ਆਇਆ ਸੀਗਾ ਡਾਇਓਨੋਸੀਅਸ। ਇਹ ਬਹੁਤ ਇੰਪੋਰਟੈਂਟ ਨੇ। ਤੁਹਾਨੂੰ ਤਿੰਨ ਚਾਰ ਇੱਦਾਂ ਦੇ ਰਾਈਟਰ ਦੇ ਦੇਣਗੇ, 3-4 ਰਾਜਿਆਂ ਦੇ ਨਾਮ ਦੇ ਦੇਣਗੇ ਮਿਕਸ ਤੇ ਮੈਚ ਕਰਨ ਵਾਸਤੇ ਤੁਹਾਨੂੰ ਕਹਿਣਗੇ ਇਹ ਕੁਐਸਚਨ ਇਸ ਤਰ੍ਹਾਂ ਦਾ ਬਣੂਗਾ, ਇਹਦੇ ਵਿੱਚ ਬਣੂਗਾ ਤਾਂ ਠੀਕ ਹੈ ਜੀ। ਟਾਲਮੀ ਕੀ ਸੀਗਾ ਜੀ, ਟਾਲਮੀ ਕੀ ਸੀਗਾ, ਇਹਨੇ ਦੱਸਿਆ ਸੀ ਵੀ ਧਰਤੀ ਦੇ ਆਲੇ ਦੁਆਲੇ ਸਾਰੇ ਘੁੰਮਦੇ ਨੇ। ਈਸਾ ਮਸੀਹ ਦੇ 140 ਸਾਲ ਪਹਿਲਾਂ ਦੀ ਗੱਲ ਇਹਨੇ ਇੱਕ ਬੁੱਕ ਲਿਖੀ ਸੀ, ਉਹਦੇ 'ਚ ਦੱਸਿਆ ਸੀ ਕਿ ਧਰਤੀ ਦੇ ਆਲੇ ਦੁਆਲੇ ਸਾਰੇ ਘੁੰਮ ਰਹੇ ਨੇ। ਤੇ ਇਹਨੇ ਦੱਸਿਆ ਸੀ ਜੀਓਸੈਂਟਰਿਕ ਨਾਮ ਦੀ ਥਿਊਰੀ ਦਿੱਤੀ ਸੀ ਤੇ ਟਾਲਮੀ ਸੀਗਾ। ਤੇ ਇਹਦੇ ਬਾਅਦ ਇਹਨੇ 1600 ਸਾਲਾਂ ਤੱਕ ਇੰਡੀਆ ਲੋਕਾਂ ਨੂੰ ਕਹਿੰਦੇ ਨਾ ਪਾਗਲ ਬਣਾਈ ਰੱਖਿਆ। ਫਿਰ ਬਾਅਦ 'ਚ ਜਾ ਕੇ ਹੈਲੀਓਸੈਂਟਰਿਕ ਥਿਊਰੀ ਆਈ, ਉਹਦੇ ਵਿੱਚ ਦੱਸਿਆ ਕਿ ਆਪਾਂ ਸਾਰੇ ਸੂਰਿਆ ਦੇ ਆਲੇ ਦੁਆਲੇ ਘੁੰਮ ਰਹੇ ਹਾਂ, ਠੀਕ ਹੈ ਜੀ। ਉਹ ਆਪਾਂ ਜਿਓਗ੍ਰਾਫੀ ਦੇ ਵਿੱਚ ਪੜ੍ਹਦੇ ਹਾਂ, ਤਾਂ ਮੈਂ ਉਹ ਦੱਸਦਾ ਵੀ ਟਾਲਮੀ ਨਾਮ ਦਾ ਸਾਇੰਟਿਸਟ ਸੀਗਾ, ਇਸ ਲਈ ਇਹਨੂੰ ਭਾਰਤ ਕਾ ਭੂਗੋਲ ਨਾਮਕ ਪੁਸਤਕ ਲਿਖੀ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਪਿਲਨੀ ਨਾਮਕ ਦਾ ਇੱਕ ਸਾਇੰਟਿਸਟ ਸੀਗਾ, ਇਹਨੇ ਨੈਚੁਰਲ ਹਿਸਟਰੀ ਨਾਮਕ ਦੀ ਬੁੱਕ ਲਿਖੀ ਸੀ। ਇਹਦੇ 'ਚ ਇਹਨਾਂ ਨੇ ਇੰਡੀਆ ਦੇ ਪੇੜ ਪੌਦੇ ਤੇ ਪਦਾਰਥਾਂ ਦੇ ਬਾਰੇ ਜਿਹੜਾ ਸਾਰਾ ਕੁਝ ਜ਼ਿਕਰ ਕੀਤਾ ਸੀਗਾ ਇਹਦੇ ਬਾਰੇ। ਉਸ ਤੋਂ ਬਾਅਦ ਜੀ ਇਹਦੇ ਇੱਕ ਹੋਰ ਆਉਂਦਾ ਪੈਰੀਪਲਸ ਆਫ ਦੇ ਇਰੀਥੀਅਨ ਸੀ। ਇਹ ਬਹੁਤ ਵੱਡੀ ਬੁੱਕ ਹੈ ਜੀ। ਇਹਦੇ ਵਿੱਚ ਕੀ ਹੈ ਜੀ, ਇਹਦੇ 'ਚ ਇਹਦੇ ਲੇਖਕ ਦੀ ਜਾਣਕਾਰੀ ਨਹੀਂ ਹੈ, ਪਰ ਇਹਦੇ ਵਿੱਚ ਇਹ ਹੈਗਾ ਕਿ ਹਿੰਦ ਮਹਾਸਾਗਰ ਤੋਂ ਆਪਾਂ ਜਿਹੜਾ 80 ਈਸਵੀਂ ਪੂਰਵ ਦੇ ਵਿੱਚ ਇੰਡੀਆ ਦੇ ਬੰਦਰਗਾਹਾਂ ਤੇ ਹਿੰਦ ਮਹਾਸਾਗਰ ਦੇ ਵਿੱਚ ਜਿਹੜੇ ਵਪਾਰ ਹੁੰਦਾ ਸੀ ਨਾ, ਉਹਦੇ ਬਾਰੇ ਜ਼ਿਕਰ ਕੀਤਾ ਹੋਇਆ। ਇਹ ਬਹੁਤ ਵਧੀਆ ਬੁੱਕ ਹੈ ਜੀ। ਪੁੱਛਿਆ ਜਾਂਦਾ ਕਿ ਇਹ ਕਿਸ ਤੋਂ ਰਿਲੇਟਡ ਹੈ, ਤੇ ਹਿੰਦ ਮਹਾਸਾਗਰ ਤੋਂ ਲੈ ਕੇ ਫਾਰਸ ਦੀ ਖਾੜੀ ਤੱਕ ਜਿਹੜਾ ਵਪਾਰ ਹੁੰਦਾ ਸੀ ਇੰਡੀਅਨ ਦੀ ਬੰਦਰਗਾਹਾਂ ਦੇ ਵਿੱਚ, ਪੋਰਟ ਦੇ ਵਿੱਚ, ਤਾਂ ਇਹ ਸਾਰਾ ਜ਼ਿਕਰ ਇਹਦੇ ਵਿੱਚ ਕੀਤਾ। ਹੁਣ ਦੇਖੋ ਜੀ ਕੁਝ ਚਾਈਨੀਜ਼ ਟਰੈਵਲਰ ਵੀ ਇੰਡੀਆ ਦੇ ਵਿੱਚ ਆਏ ਨੇ। ਚਾਈਨੀਜ਼ ਟਰੈਵਲਰ ਇੰਡੀਆ ਦੇ ਵਿੱਚ ਪਹਿਲਾਂ ਆਇਆ ਸੀ ਫਾਯਾਨ ਕਿਹਦੇ ਟਾਈਮ ਦੇ ਵਿੱਚ ਆਇਆ ਸੀਗਾ, ਇਹ ਚੰਦਰਗੁਪਤ ਦਿੱਤਿਆ ਦੇ ਟਾਈਮ ਦੇ ਵਿੱਚ ਆਇਆ ਸੀ। ਇਹ ਚੰਦਰਗੁਪਤ ਦਿੱਤਿਆ ਕੌਣ ਹੈ, ਇਹ ਗੁਪਤਾ ਵੰਸ਼ ਦਾ ਰਾਜਾ ਚੰਦਰਗੁਪਤ ਦਿੱਤਿਆ ਜੀ। ਇਸ ਤੋਂ ਪਹਿਲਾਂ ਚੰਦਰਗੁਪਤ ਮੌਰਿਆ ਹੋਇਆ ਸੀ, ਉਸ ਤੋਂ 350-400 ਸਾਲ ਬਾਅਦ ਚੰਦਰਗੁਪਤ ਦਿੱਤਿਆ ਨਾਮ ਦਾ ਰਾਜਾ ਹੁੰਦਾ ਹੈ। ਇਹ ਉਹਦੇ ਨੇ ਰਾਜ ਦਰਬਾਰ 'ਚ ਆਉਂਦਾ ਹੈ, ਠੀਕ ਹੈ ਜੀ। ਇਹਨੇ ਫਿਰ ਮੱਧ ਪ੍ਰਦੇਸ਼ ਦੇ ਬਾਰੇ ਜਾਣਕਾਰੀ ਲਿਖੀ ਸੀ, ਕਿਉਂਕਿ ਗੁਪਤਾ ਵੰਸ਼ ਤਾਂ ਸਾਰਾ ਉੱਧਰ ਉਸੇ ਏਰੀਆ ਦੇ ਵਿੱਚ ਫੈਲਿਆ ਹੋਇਆ ਸੀਗਾ, ਮੰਦਰਾਂ ਦੇ ਵਿੱਚ ਨਿਰਮਾਣ ਕਰ ਰਹੇ ਸੀ, ਉਹਨਾਂ ਦੇ ਬਾਰੇ ਗੱਲ ਕੀਤੀ ਸੀ। ਉਸ ਤੋਂ ਬਾਅਦ ਸਹਿਯੁਗਨ 518 ਈਸਵੀ ਦੇ ਵਿੱਚ ਇੰਡੀਆ ਦੇ ਵਿੱਚ ਆਇਆ। 3 ਸਾਲਾਂ ਤੱਕ ਇੰਡੀਆ ਦੇ ਬਹੁਤ ਗ੍ਰੰਥਾਂ ਦੀ ਇਹਨੇ ਸਾਰੀ ਕਾਪੀਆਂ ਇਕੱਠੀਆਂ ਕੀਤੀਆਂ ਤੇ ਚਾਈਨਾ ਲੈ ਗਿਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਰਾਈਟਰ ਜਿਹੜਾ ਜੀ, ਉਹਦਾ ਨਾਮ ਹੈ ਹਿਊਨ-ਸਾਂਗ। ਇਹ ਹਰਸ਼ਵਰਧਨ ਦੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਆਇਆ ਸੀਗਾ, ਕਿਉਂਕਿ ਤੁਹਾਨੂੰ ਪਤਾ ਹੈ ਜੀ ਇੱਥੇ ਜਿਹੜੇ ਹਰਸ਼ਵਰਧਨ ਦਾ ਜਿਹੜਾ ਵਰਧਨ ਵੰਸ਼ ਚੱਲੇਗਾ, ਉਹਦੇ ਵਿੱਚ ਹਰਸ਼ਵਰਧਨ ਰਾਜਾ ਹੋਇਆ, ਇੰਡੀਆ ਦਾ ਲਾਸਟ ਜਿਹੜਾ ਹਿੰਦੂ ਰਾਜਾ ਸੀਗਾ। ਉਸ ਤੋਂ ਬਾਅਦ ਟਰੈਵਲਰ ਉਹਦੇ ਸਾਡੀ ਮਿਡੀਵਲ ਇੰਡੀਆ ਸਟਾਰਟ ਹੋ ਜਾਏਗੀ। ਹਿਊਨ-ਸਾਂਗ 629 ਦੇ ਵਿੱਚ ਇੰਡੀਆ ਦੇ ਵਿੱਚ ਆਇਆ ਸੀਗਾ ਤੇ ਲਗਭਗ 1 ਸਾਲ ਤੱਕ ਇੰਡੀਆ ਦੇ ਵਿੱਚ ਰਿਹਾ। ਉਸ ਤੋਂ ਬਾਅਦ ਇਹਨੇ ਕੀ ਕੀਤਾ ਜੀ, 15 ਸਾਲ ਇੱਥੇ ਰਹਿ ਕੇ ਫਿਰ 645 'ਚ ਚਾਈਨਾ ਵਾਪਸ ਚਲਾ ਗਿਆ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਜਿਹੜੀ ਨਾਲੰਦਾ ਨਾਮਕ ਦੀ ਜਿਹੜੀ ਯੂਨੀਵਰਸਿਟੀ ਖਰਾਬ ਕੀਤੀ ਸੀ, ਉਹਦੇ ਬਾਰੇ ਸਾਰੀ ਸਾਰਾ ਜਿਹੜਾ ਬੁੱਧ ਧਰਮ ਤੋਂ ਰਿਲੇਟਿਡ ਸਾਰੇ ਜਿਹੜੇ ਗ੍ਰੰਥ ਸੀਗੇ ਉਹ ਇਹਨੇ ਇਕੱਠੇ ਕੀਤੇ, ਉਹ ਚਾਈਨਾ ਲੈ ਗਿਆ ਤੇ ਇਹਨੇ ਆਪਣੀ ਬੁੱਕ ਦੇ ਵਿੱਚ ਜਾ ਕੇ ਉੱਥੇ ਬੁੱਕ ਲਿਖੀ ਸੀਯੂਕੀ। ਇਹ ਬਹੁਤ ਇੰਪੋਰਟੈਂਟ ਬੁੱਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਅੱਛਾ, ਇਹ ਪਰਸਨ ਨੇ 138 ਦੇਸ਼ਾਂ ਦਾ ਦੌਰਾ ਕੀਤਾ ਸੀ, ਘੱਟੋ ਘੱਟ 138 ਦੇਸ਼ ਘੁੰਮੇ ਸੀਗੇ। ਤੇ ਹਰਸ਼ਵਰਧਨ ਦੇ ਟਾਈਮ ਦੇ ਉੱਪਰ ਇਹਨੇ ਧਰਮ ਰਾਜਨੀਤੀ ਦੇ ਬਾਰੇ, ਪੋਲੀਟੀਕਲ ਸੋਸ਼ਲ, ਇਹ ਸਾਰੇ ਬਾਰੇ ਇਹਨਾਂ ਨੇ ਲਿਖਿਆ ਸੀਗਾ। ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗ ਰਿਹਾ ਹੋਵੇਗਾ। ਤਾਂ ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਟੂ ਮਾਈ ਚੈਨਲ।
ਹਿਊਨ-ਸਾਂਗ ਕੀ ਸੀਗਾ? ਹਿਊਨ-ਸਾਂਗ ਨੇ ਵਿਸ਼ਵ ਦੇ ਕੁਲਪਤੀ ਦਾ ਜਿਹੜੇ ਸੀਗੇ ਆਪਣੇ ਕਿ ਅਦਨ ਕੇ ਸਮੇਂ ਨਾਲੰਦਾ ਵਿਸ਼ਵ ਕੇ ਨਾਲੰਦਾ ਦੇ ਟਾਈਮ ਦੇ ਕਹਿੰਦੇ ਜੀ ਨਾਲੰਦਾ ਜਿਹੜੀ ਯੂਨੀਵਰਸਿਟੀ ਸੀ ਉਸ ਟਾਈਮ ਦੇ ਵਿੱਚ ਵਧੀਆ ਵੈਲ ਡਿਫਾਈਨ ਸੀਗੀ, ਪਰ ਉਸ ਟਾਈਮ ਦੇ ਸ਼ੀਲ ਭੱਦਰ ਨਾਮ ਦਾ ਜਿਹੜਾ ਕੁਲਪਤੀ ਸੀ, ਜਿਹੜਾ ਚੇਅਰਮੈਨ ਸੀਗਾ ਉਸ ਟਾਈਮ ਪਰ ਉਹ ਸੀਗਾ। ਤੇ ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਈਸ ਸਿੰਘ। ਈਸ ਸਿੰਘ ਕੀ ਸੀਗਾ ਜੀ? ਇਹ 7ਵੀਂ ਸ਼ਤਾਬਦੀ ਦੇ ਵਿੱਚ ਇੰਡੀਆ ਦੇ ਵਿੱਚ ਆਏਗਾ ਤੇ ਇਹ ਵੀ ਨਾਲੰਦਾ ਦੇ ਵਿੱਚ ਆਏਗਾ। ਵਿਕਰਮਸ਼ਿਲਾ ਯੂਨੀਵਰਸਿਟੀਆਂ ਤੁਹਾਨੂੰ ਪਤਾ ਬਣੀਆਂ ਸੀ, ਇਹਦੇ ਵਿੱਚ ਦੌਰਾ ਕਰਕੇ ਜਾਏਗਾ ਤੇ ਇਹਦੇ ਬਾਰੇ ਇੰਨਾ ਕੋਈ ਖਾਸ ਯਾਦ ਨਹੀਂ ਰੱਖਣਾ। ਹੁਣ ਆਪਾਂ ਅਰਬ ਲੇਖਕਾਂ ਦੇ ਬਾਰੇ ਕਰ ਲੈਂਦੇ ਹਾਂ। ਅਰਬ ਲੇਖਕਾਂ ਦੇ ਵਿੱਚ ਪਹਿਲਾ ਨਾਮ ਆਉਂਦਾ ਅਲ ਬਰੂਨੀ। ਅਲ ਬਰੂਨੀ ਕੌਣ ਸੀਗਾ? ਇਹ ਮੁਹੰਮਦ ਗਜ਼ਨਵੀ ਦੇ ਨਾਲ ਆਇਆ ਸੀਗਾ। ਇਹਨੇ ਆਪਣੀ ਬੁੱਕ ਲਿਖੀ ਸੀ ਕਿਤਾਬ-ਏ ਹਿੰਦ ਤਹਿਕੀਕ ਹਿੰਦ ਭਾਰਤ ਕੀ ਖੋਜ। ਇਹਨੇ ਆਪਣੀ ਬੁੱਕ ਲਿਖੀ ਸੀ। ਇਹ ਬਹੁਤ ਇੰਪੋਰਟੈਂਟ ਬੁੱਕ ਹੈ। ਇਹਦੇ ਵਿੱਚ ਇਹਨਾਂ ਨੇ ਰਾਜਪੂਤਾਂ ਦੀ ਸੰਸਕ੍ਰਿਤੀ, ਉਹਨਾਂ ਦੇ ਜਿਹੜੀ ਰੀਤੀ ਰਿਵਾਜ ਦੇ ਬਾਰੇ ਜ਼ਿਕਰ ਕੀਤਾ ਸੀ ਅਲ ਬਰੂਨੀ ਨੇ। ਠੀਕ ਹੈ ਜੀ। ਉਸ ਤੋਂ ਬਾਅਦ अन्य ਲੇਖਕ ਸਾਡੇ ਇੰਡੀਆ ਦੇ ਵਿੱਚ ਜਿਹੜੇ ਕਹਿੰਦੇ ਨਾ ਹੋਏ ਨੇ, ਤਾਰਾਨਾਥ ਇੱਕ ਤਿੱਬਤੀ ਲੇਖਕ ਸੀਗਾ। ਕਯੂਗਰ ਜਾਂ ਤਿਊਗਰ ਨਾਮਕ ਦੇ ਇੱਕ ਗ੍ਰੰਥ ਲਿਖਿਆ ਸੀ ਇਹਨੇ ਤੇ ਇੰਡੀਆ ਦੇ ਇਤਿਹਾਸ ਲਿਖਿਆ ਸੀ। ਉਸ ਤੋਂ ਬਾਅਦ ਆਉਂਦਾ ਮਾਰਕ ਪੋਲੋ। ਮਾਰਕ ਪੋਲੋ ਕੀ ਸੀਗਾ? 13ਵੀਂ ਸਦੀ ਦੇ ਵਿੱਚ ਪਾਂਡਿਆ ਦੇਸ਼ ਦਾ ਰਾਜ ਇੰਡੀਆ ਦੇ ਵਿੱਚ ਇੱਕ ਪਾਂਡਿਆ ਜਿਹੜਾ ਆਣਗੇ ਅੱਗੇ ਵੰਸ਼ ਆਏਗਾ, ਉਹਦੇ ਬਾਰੇ ਇਹਨੇ 13ਵੀਂ ਸ਼ਤਾਬਦੀ ਦੇ ਵਿੱਚ ਉਹਦੇ ਬਾਰੇ ਇਹਨੇ ਸਾਰਾ ਜ਼ਿਕਰ ਵਰਣਨ ਕੀਤਾ ਜੀ। ਉਸ ਤੋਂ ਬਾਅਦ ਆਪਾਂ ਕੁਛ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਪੁਰਾਤਨ ਸੰਬੰਧਿਤ ਸਾਕਸ਼ੋਂ ਕੋ ਮਿਲਣੇ ਵਾਲੀ ਜਾਣਕਾਰੀ। ਜਿਵੇਂ ਹੁਣ ਤੁਸੀਂ ਦੇਖੋ ਕੁਛ ਸਾਡੇ ਕੋਲ ਅਭਿਲੇਖ ਨੇ। ਅਭਿਲੇਖ ਕੀ ਹੁੰਦਾ ਹੈ? ਇੱਕ ਪੱਥਰਾਂ ਦੇ ਉੱਪਰ ਕੋਈ ਬੜੀ ਮਾਤਰਾ ਦੇ ਵਿੱਚ ਕੁਛ ਲਿਖਵਾ ਦੇਣਾ, ਉਸ ਨੂੰ ਆਪਾਂ ਅਭਿਲੇਖ ਬੋਲਦੇ ਹਾਂ। ਆਈ ਹੋਪ ਕਿ ਮੈਂ ਵੀਡੀਓ ਦੇਖ ਲਵਾਂ। ਹਾਂਜੀ, ਵੀਡੀਓ ਘੱਟੋ ਘੱਟ 15 ਮਿੰਟ ਦੀ ਠੀਕ ਹੈ। ਉਸ ਤੋਂ ਬਾਅਦ ਆਪਾਂ ਇਸ ਜਿਹੜਾ ਥਰਡ ਪਾਰਟ ਆਏਗਾ ਉਹਦੇ ਵਿੱਚ ਆਪਾਂ ਹੋਰ ਇਹਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਇਕੱਠੀ ਕਰਾਂਗੇ। ਥੈਂਕ ਯੂ।